Hello students, this is Ajitpal Singh from Apollo Academy Sangrur. So student, in the previous lectures we have discussed about the characteristics of acids and bases. ਤੇ ਆਪਾਂ ਬੇਟਾ ਇੱਕ ਚੀਜ਼ ਹੋਰ ਆਪਾਂ ਬਾਰ-ਬਾਰ ਬੋਲੀ ਗਏ ਆ, ਆਪਾਂ ਕਹੀ ਗਏ ਵੀ ਉਹ ਐਸਿਡ ਬਹੁਤ ਸਟਰੋਂਗ ਐਸਿਡ ਆ ਜਿਹੜਾ ਐਸਿਡ ਪਾਣੀ ਦੇ ਵਿੱਚ ਬਹੁਤ ਜਲਦੀ ਡਿਸੋਸੀਏਟ ਹੋ ਜਾਂਦਾ ਤੇ H ਪੋਜ਼ਿਟਿਵ ਆਇਨ ਡੋਨੇਟ ਕਰ ਦਿੰਦਾ। ਆਪਾਂ ਉਹਨੂੰ ਕਹਿੰਦੇ ਆ ਸਟਰੋਂਗ ਐਸਿਡ। ਠੀਕ ਹੈ, ਸਟਰੋਂਗ ਐਸਿਡ ਕਿਹੜਾ ਹੈਗਾ? ਸਟਰੋਂਗ ਐਸਿਡ ਉਹ ਹੈ ਬੇਟਾ ਜਿਹੜਾ ਪਹਿਲਾਂ dissociate in water immediately ठीक है जी। सेकंड थिंग, produce more H positive ion, ਇਹਨੂੰ ਆਪਾਂ ਸਟਰੋਂਗ ਐਸਿਡ ਕਹਿੰਦੇ ਆ। ਤੇ ਉਮੀ ਸਟਰੋਂਗ ਬੇਸ ਕਿਹਨੂੰ ਕਹਿੰਦੇ ਆ ਬੇਟਾ? पहला तो सेम ही है डिसोसिएट इन वाटर, दूसरा क्या होगा? प्रोड्यूस मोर OH नेगेटिव आयंस। ये दो मेजर नेगे, दोनों इकट्ठे ही यूज करने ने आपां। ठीक है, पर आपां नूं की पता बेटा जी, मैनू की पता भी कोई एसिड आ वो पानी दे विच डिसोसिएट हो भी रहा या नहीं हो रहा। मैं उपरों खड़ के थोड़ा उन्हें देख सकता नेकड आई नाल कि मैं नेकड आई नाल डिसोसिएशन देख सकदा? नहीं देख सकते। आप नेकड आई नाल कोई केमिकल रिएक्शन होंदी ही नहीं देख सकते। ते डिसोसिएशन डिल्यूशन इट इज अ केमिकल रिएक्शन बिकॉज इट इज एन एक्सोथर्मिक रिएक्शन। ठीक है, ਤਾਂ ਕੀ ਕੀਤਾ ਗਿਆ? ਤਾਂ ਬੇਟਾ ਇੱਕ ਸਕੇਲ ਬਣਾਇਆ ਗਿਆ ਜਿਹਨੂੰ ਆਪਾਂ pH ਸਕੇਲ ਕਹਿੰਦੇ ਆ, ਜਿਹਨੂੰ ਆਪਾਂ pH ਸਕੇਲ ਕਹਿੰਦੇ ਆ ਬੇਟਾ। ਪਹਿਲਾਂ ਇਹ ਸਕੇਲ ਬਾਰੇ ਆਪਾਂ ਨੌਲੇਜ ਗੇਨ ਕਰਦੇ ਆ, ਦੈਨ ਆਪਾਂ ਗੱਲ ਕਰਾਂਗੇ ਵੀ ਇਹ pH ਸਕੇਲ ਬਣਿਆ ਕਿਵੇਂ, ਕਿਹਦੇ ਦਿਮਾਗ 'ਚ ਆਇਆ, ਕਿਵੇਂ ਹੋਇਆ, ਕੀ ਹੋਇਆ, ਉਹ ਫੇਰ ਗੱਲ ਕਰਦੇ ਆ। ਠੀਕ ਹੈ, ਸਭ ਤੋਂ ਪਹਿਲਾਂ ਬੇਟਾ pH ਸਕੇਲ ਹੈ ਜਿਹਦੇ ਉੱਤੇ ਰੀਡਿੰਗਸ ਹੁੰਦੀਆਂ ਨੇ 0 1 2 3 4 5 6 7 8 9 10 11 12 13 इस तरह करके 14 रीडिंग्स होंदियां ने। हाँ, इन्हों ते 14 रीडिंग्स ही क्यों होंदियां ने, ज़्यादा या वध के घट क्यों नहीं होंदियां, ਉਹਦਾ भी रीजन आ, वो भी ਆਪਾਂ ਅੱਗੇ डिस्कस करांगे। बट फिलहाल ਤੁਸੀਂ जस्ट pH स्केल बारे ये चीज़ जान लो। ठीक है, ਹੁਣ ਕੀ ਹੁੰਦਾ ਬੇਟਾ? ਇਹ pH स्केल है, ਇਹਦੇ ਕਲਰ ਜੇ ਹੁੰਦੇ ਨੇ, ਇੱਥੇ ਜ਼ਿਆਦਾ ਰੈੱਡ ਹੁੰਦਾ, ਇੱਥੇ ਥੋੜਾ ਡਲ ਰੈੱਡ ਹੁੰਦਾ, ਇੱਥੇ ਥੋੜਾ ਔਰੇਂਜ ਹੋ ਜਾਂਦਾ, ਫਿਰ ਔਰੇਂਜ ਤੋਂ ਵੀ ਫਿੱਕਾ ਹੋ ਜਾਂਦਾ, ਫਿਰ ਉਦੋਂ ਵੀ ਫਿੱਕਾ ਹੋ ਜਾਂਦਾ, ਇੱਥੇ ਫਿੱਕਾ ਹੁੰਦਾ ਆ ਜਦੋਂ ਇਹ ਤੇ ਆਉਂਦਾ ਨਾ 7 ਤੇ ਉਹ ਗ੍ਰੀਨ ਹੋ ਜਾਂਦਾ। ਠੀਕ ਹੈ, ਤੇ ਉਸ ਤੋਂ ਬਾਅਦ ਬਲੂ ਚੱਲਣਾ ਸ਼ੁਰੂ ਹੋ ਜਾਂਦਾ, ਲਾਈਟ ਬਲੂ, ਥੋੜਾ ਹੋਰ ਡਾਰਕ, ਉਦੋਂ ਡਾਰਕ ਆ 14 ਤੇ ਬਹੁਤ ਜ਼ਿਆਦਾ ਡਾਰਕ ਬਲੂ ਹੁੰਦਾ ਹੈ। ਠੀਕ ਹੈ, ਇਹਦਾ ਮਤਲਬ ਜਿਹੜਾ pH ਸਕੇਲ ਆ ਇੱਕ ਤਰ੍ਹਾਂ ਨਾਲ ਲਿਟਮਸ ਪੇਪਰ ਹੀ ਹੁੰਦਾ। ठीक है, लिटमस पेपर भी ये पाया जाता। ये पता ये pH स्केल एक्चुअल की होंदा एक पेपर स्ट्रिप होंदी आ, पेपर स्ट्रिप दे उत्ते वेरीअस काइंड ऑफ की लाए होंदे ने, इंडीकेटर्स लाए होंदे ने, नाल ओहदे आ लिखिया होंदा। ठीक है, नाल ओहदे कलर कोड लिखिया होंदा, जे बहुत ज़्यादा रेड आ गया तो इसदा मतलब 1 आउंदा pH जां 0 तो 1 दे विच आ, जे थोड़ा लाइट रेड आ गया तो ओहदा कोड आ जिहड़ा ओह 0 तो 2 दे विच आ। pH पेपर दे उत्ते कोड लिखिया होंदा, वो पेपर नूं आपां किसी सोल्यूशन दे विच पाउणे आ, ओहदी एसिडिटी या बेसिसिटी पता करने वास्ते। ब्लू आ गया, बहुत ज़्यादा डार्क ब्लू आ गया, ओहदा pH की 14 आ। क्यों आ ये? हुण देखो ये की हुंदा बेटा, जिवें जिवें आपां 0 तो 6.9 तक जाते हैं, ठीक है, इस तक जाते ये एसिडिक है, मतलब जिहदा pH लेस दैन 7 है वो एसिड है। ਹੁਣ ਐਸਿਡਿਟੀ ਕਿਵੇਂ ਹੋਊਗੀ? 0 ਦੀ ਐਸਿਡਿਟੀ ਸਭ ਤੋਂ ਜ਼ਿਆਦਾ, 1 ਦੀ ਉਦੋਂ ਘੱਟ, 2 ਦੀ ਉਦੋਂ ਘੱਟ, 3 ਦੀ ਉਦੋਂ ਘੱਟ, 4 ਦੀ ਉਦੋਂ ਘੱਟ, 5 ਦੀ ਉਦੋਂ ਘੱਟ, 6 ਦੀ ਉਦੋਂ ਘੱਟ। ਠੀਕ ਹੈ, ਇਹਦਾ ਮਤਲਬ ਐਸਿਡਿਕ ਕਰੈਕਟਰ ਤਾਂ ਇਹ ਹੁੰਦਾਗਾ, ਬਟ ਐਸਿਡਿਟੀ ਜਦੋਂ ਆਪਾਂ ਇੱਧਰ ਨੂੰ ਜਾਂਦੇ ਆ ਡਿਕਰੀਜ਼ ਕਰਦੀ ਆ, ਐਸਿਡਿਟੀ ਡਿਕਰੀਜ਼ਸ। ਇਹਦਾ ਮਤਲਬ ਕੀ ਹੋ ਗਿਆ? ਮੰਨ ਲਓ ਕੋਈ ਆਪਣੇ ਕੋਲ ਐਸਿਡ ਆ ਜਿਹਦਾ pH ਹੈਗਾਗਾ 6, ਕੋਈ ਐਸਿਡ ਆ ਜਿਹਦਾ pH ਹੈਗਾ 3, ਕੋਈ ਐਸਿਡ ਆ A ਦਾ pH ਹੈਗਾ 6, B ਦਾ pH ਹੈਗਾ 3,
ਤੇ C ਦਾ pH ਹੈਗਾ ਆਪਣੇ ਕੋਲ 4 ਤੇ ਆਪਣੇ ਕੋਲ D ਦਾ pH ਹੈਗਾ 1। ਇਹਨੂੰ ਐਸਿਡਿਕ ਸਟਰੈਂਥ ਦੇ ਅਕੋਰਡਿੰਗ ਜੇ ਆਪਾਂ ਇਨਕਰੀਜ਼ਿੰਗ ਆਰਡਰ ਚ ਲਿਖੀਏ ਤਾਂ ਆਪਾਂ ਲਿਖਾਂਗੇ ਇਨਕਰੀਜ਼ਿੰਗ ਆਰਡਰ ਮਤਲਬ ਸਭ ਤੋਂ ਘੱਟ ਪਹਿਲੇ ਨੰਬਰ ਤੇ A ਸਭ ਤੋਂ ਘੱਟ ਹੈ, then C, then B, then D। ਇਹ ਹੋ ਗਿਆ ਇਨਕਰੀਜ਼ਿੰਗ ਆਰਡਰ ਆਫ ਐਸਿਡਿਟੀ। ਜੇ ਆਪਾਂ ਇਹਨੂੰ ਡਿਕਰੀਜ਼ਿੰਗ ਆਰਡਰ ਚ ਲਿਖੀਏ, ਡਿਕਰੀਜ਼ਿੰਗ ਆਰਡਰ ਦਾ ਮਤਲਬ ਜਿਹਦੀ ਐਸਿਡਿਟੀ ਸਭ ਤੋਂ ਜ਼ਿਆਦਾ ਐਸਿਡਿਟੀ ਕਿਹਦੀ ਹੈ? D ਦੀ ਹੈ। ਡਿਕਰੀਜ਼ਿੰਗ ਆਰਡਰ ਆਫ ਐਸਿਡਿਕ ਸਟਰੈਂਥ D ਸਭ ਤੋਂ ਜ਼ਿਆਦਾ ਸੀਗਾ, ਉਦੋਂ ਬਾਅਦ B ਸੀਗਾ, ਉਦੋਂ ਬਾਅਦ ਕੀ ਸੀਗਾ ਬੇਟਾ? C ਸੀਗਾ, ਉਦੋਂ ਬਾਅਦ A ਸੀਗਾ। ਦਿਸ ਇਜ਼ ਆਰਡਰ ਡਿਕਰੀਜ਼ਿੰਗ ਆਰਡਰ ਆਫ ਐਸਿਡਿਕ ਸਟਰੈਂਥ। ਮਤਲਬ ਤੁਸੀਂ ਯਾਦ ਰੱਖਿਓ ਜਿਹਦਾ pH 0 ਆ ਉਹ ਸਭ ਤੋਂ ਜ਼ਿਆਦਾ ਐਸਿਡਿਕ ਆ, ਤੇ ਜਿਹਦਾ pH 6.9 ਆ ਉਹ ਸਭ ਤੋਂ ਘੱਟ ਐਸਿਡਿਕ ਆ। 7 ਤੇ ਬੇਟਾ ਨਿਊਟਰਲ ਆ ਜਾਂਦਾ, 7 ਇਜ਼ ਨਿਊਟਰਲ। ਆ ਐਨਾ ਏਰੀਆ ਵੈਸੇ ਨਿਊਟਰਲ ਦਾ ਹੀ ਹੁੰਦਾ, ਠੀਕ ਹੈ। 7 ਟਿਪੀਕਲੀ ਨਿਊਟਰਲ ਹੁੰਦਾ। ਫਿਰ 7.1 ਤੋਂ ਲੈ ਕੇ 14 ਤੱਕ ਬੇਸ ਹੁੰਦਾ। ਕੀ ਹੁੰਦਾ? ਬੇਸ। ਬੇਸ ਮਤਲਬ ਕਿਵੇਂ? ਇੱਧਰ ਨੂੰ ਜਾਵਾਂਗੇ ਤਾਂ ਬੇਸਿਕ ਸਟਰੈਂਥ ਇਨਕਰੀਜ਼ ਕਰੂ, ਬੇਸਿਕ ਇਨਕਰੀਜ਼, ਠੀਕ ਹੈ। ਮਤਲਬ ਇਨਕਰੀਜ਼ ਦਾ ਮਤਲਬ ਕੀ ਆ? ਜੇ ਕਿਸੇ ਦਾ pH 8 ਆ ਤਾਂ ਉਹ ਲੈਸ ਬੇਸਿਕ ਆ, 9 ਵਾਲਾ ਉਦੋਂ ਜ਼ਿਆਦਾ ਬੇਸਿਕ ਆ, 10 ਵਾਲਾ ਉਦੋਂ ਜ਼ਿਆਦਾ ਬੇਸਿਕ ਆ, 11 ਵਾਲਾ ਉਦੋਂ ਜ਼ਿਆਦਾ ਬੇਸਿਕ ਆ, 12 ਵਾਲਾ ਉਦੋਂ ਜ਼ਿਆਦਾ ਬੇਸਿਕ ਆ, 13 ਵਾਲਾ ਉਦੋਂ ਜ਼ਿਆਦਾ, 14 ਵਾਲਾ ਸਭ ਤੋਂ ਜ਼ਿਆਦਾ ਬੇਸਿਕ ਹੈ, ਠੀਕ ਹੈ ਬੇਟਾ। ਤਾਂ ਇਹ ਚੀਜ਼ ਖਿਆਲ ਰੱਖਣੀ ਹੈ, pH ਸਕੇਲ ਐਵੇਂ ਦੇਖਿਆ ਜਾਂਦਾ ਹੈ, ਠੀਕ ਹੈ। 14 ਮਾਰਕਿੰਗਸ ਹੁੰਦੀਆਂ ਨੇ ਇਹਦੇ ਵਿੱਚ। ਕਲਰ ਹਰੇਕ ਮਾਰਕ ਨੂੰ ਇੱਕ ਕਲਰ ਕੋਡ ਦਿੱਤਾ ਹੁੰਦਾ। ਉਹ ਕਲਰ ਕੋਡ ਤਾਂ ਦਿੱਤਾ ਹੁੰਦਾ ਕਿਉਂਕਿ ਜਿਹੜਾ ਉਹ pH ਪੇਪਰ ਹੁੰਦਾ ਉਹ ਵੇਰੀਅਸ ਕਾਈਂਡ ਆਫ ਕਿਹਨਾਂ ਦਾ ਬਣਿਆ ਹੁੰਦਾਗਾ, ਉਹਦੇ ਉੱਤੇ ਵੇਰੀਅਸ ਕਾਈਂਡ ਆਫ ਇੰਡੀਕੇਟਰ ਲੱਗੇ ਹੁੰਦੇ, ਠੀਕ ਹੈ ਬੇਟਾ ਜੀ। ਚਲੋ ਹੁਣ ਇਹ ਕੀ ਆ? ਕਿਉਂ pH 1 ਆ ਜਿਹਦਾ ਜਾਂ 0 ਆ ਜਿਹਦਾ ਉਹਨੂੰ ਆਪਾਂ ਐਸਿਡਿਕ ਕਹਾਂਗੇ ਵੀ ਬਹੁਤ ਜ਼ਿਆਦਾ ਐਸਿਡਿਕ ਆ? ਇਹ ਕਿੱਥੋਂ ਸ਼ੁਰੂ ਹੋਇਆ ਸਾਰਾ ਕੰਮ? ਬੇਟਾ ਅਸਲ ਦੇ ਵਿੱਚ ਕੀ ਸੀਗਾ, ਇਹ ਦੇਖਿਆ ਗਿਆ ਵੀ 25 ਡਿਗਰੀ C ਤੇ ਨਾ ਵਾਟਰ ਜਿਹੜਾ ਕਿ ਨਿਊਟਰਲ ਹੁੰਦਾ ਹੈ ਨਾ, ਵਾਟਰ ਦੇ 1 ਲੀਟਰ ਦੇ ਵਿੱਚ 10 ਦੀ ਪਾਵਰ -7 H ਪੋਜ਼ਿਟਿਵ ਆਇਨ ਸੀਗੇ ਤੇ 10 ਦੀ ਪਾਵਰ -7 ਹੀ OH ਨੈਗੇਟਿਵ ਆਇਨ ਸੀ। ਮੋਲ 10 ਦੀ ਪਾਵਰ -7 ਮੋਲ, 10 ਦੀ ਪਾਵਰ -7 ਮੋਲ H ਪੋਜ਼ਿਟਿਵ ਆਇਨ ਸੀਗੇ, ਠੀਕ ਹੈ। ਤੇ 10 ਦੀ ਪਾਵਰ -7 ਹੀ OH ਮੋਲ OH ਨੈਗੇਟਿਵ ਦੇ ਆਇਨ ਸੀਗੇ। ਹੁਣ ਮੋਲ ਤੁਹਾਨੂੰ ਪਤਾ ਹੀ ਆ, 1 ਮੋਲ ਚ ਕਿੰਨੇ ਪਾਰਟੀਕਲ ਹੁੰਦੇ ਨੇ? 1 ਮੋਲ ਦੇ ਵਿੱਚ ਪਾਰਟੀਕਲ ਹੁੰਦੇ ਨੇ 6.23 ਗੁਣਾ 10 ਦੀ ਪਾਵਰ 23 ਮੋਲੀਕਿਊਲ 1 ਮੋਲ ਚ। 10 ਦੀ ਪਾਵਰ -7 ਮੋਲ ਚ ਕਿੰਨੇ ਹੋਣਗੇ? 6 ਗੁਣਾ 2 3 ਗੁਣਾ 10 ਦੀ 6.23 ਗੁਣਾ 10 ਦੀ ਪਾਵਰ 23 into 10 ਦੀ ਪਾਵਰ -7 ਮੋਲੀਕਿਊਲ। ਹਾਂਜੀ ਇਹ ਆ ਗਿਆ ਬੇਟਾ ਆਪਣੇ ਕੋਲ 6.23 into 10 ਪਾਵਰ 16 ਮੋਲੀਕਿਊਲ। ਇਹਦਾ ਮਤਲਬ ਕੀ ਆ ਬੇਟਾ ਜੀ? ਇਹਦਾ ਮਤਲਬ ਆ ਵੀ ਜਦੋਂ ਆਪਾਂ 1 ਲੀਟਰ ਪਾਣੀ ਲੈਂਦੇ ਆ ਨਾ ਤਾਂ ਉਹਦੇ ਵਿੱਚ ਕਿੰਨੇ ਮੋਲੀਕਿਊਲ H ਪੋਜ਼ਿਟਿਵ ਦੇ ਹੁੰਦੇ ਨੇ? ਉਹਦੇ ਵਿੱਚ ਹੁੰਦੇ ਨੇ ਬੇਟਾ ਜੀ ਆਪਣੇ ਕੋਲ 6 2 3, ਇਹਦੇ ਨਾਲ ਕਿੰਨੀਆਂ ਜ਼ੀਰੋਜ਼? ਇਹਦੇ ਨਾਲ ਬੇਟਾ 14 ਜ਼ੀਰੋਜ਼। NaH ਪੋਜ਼ਿਟਿਵ ਹੁੰਦੇ ਨੇ। Na ਕੀ ਹੁੰਦੇ ਨੇ? H ਪੋਜ਼ਿਟਿਵ। Na ਹੀ ਕੀ ਹੁੰਦੇ ਨੇ? OH ਨੈਗੇਟਿਵ। ਉਹ ਵੀ ਸੇਮ ਹੀ ਹੁੰਦੇ ਨੇ ਬੇਟਾ। ਤਾਂ ਕਰਕੇ ਕੀ ਹੁੰਦਾ? ਤਾਂ ਕਰਕੇ ਜਿਹੜਾ ਆਪਣੇ ਕੋਲ ਵਾਟਰ ਹੁੰਦਾ ਉਹ ਨਿਊਟਰਲ ਹੁੰਦਾ ਕਿਉਂਕਿ ਉਹ ਚ H ਪੋਜ਼ਿਟਿਵ ਤੇ OH ਨੈਗੇਟਿਵ ਬਰਾਬਰ ਹੁੰਦੇ ਨੇ। ਤੇ ਇਹ ਦੇਖਿਆ ਗਿਆ ਵੀ ਜੇ ਇਹ ਬਰਾਬਰ ਨੇ
ਤੇ ਇਹ 1 ਮੋਲ ਦੇ ਵਿੱਚ ਕਿੰਨੇ ਨੇਗੇ 10 ਦੀ ਪਾਵਰ -7 ਮੋਲ ਇਨ 1 ਲੀਟਰ ਨੇ। ਤਾਂ ਜਿਹੜਾ ਆਪਣੇ ਕੋਲ ਆਇਨਿਕ ਪ੍ਰੋਡਕਟ ਆਫ ਵਾਟਰ ਆਇਆ, ਕੀ ਆਇਆ ਬੇਟਾ, ਆਇਨਿਕ ਪ੍ਰੋਡਕਟ ਆਫ ਵਾਟਰ, ਉਹ ਆਇਆ ਆਪਣੇ ਕੋਲ concentration of H positive into concentration of OH negative is equal to how much? Concentration of H positive in 1 liter कितनी आ गई 10 ਦੀ ਪਾਵਰ -7 मोल गुणा concentration of OH negative in 1 liter वो भी कितनी है 10 ਦੀ ਪਾਵਰ -7 मोल। ਤਾਂ ਆਇਨਿਕ ਪ੍ਰੋਡਕਟ ਆ ਗਿਆ 10 ਦੀ ਪਾਵਰ -14 मोल पर लीटर। ਇਹਦੇ ਉੱਤੇ 14 ਹੈ ਨਾ ਆਇਨਿਕ ਪ੍ਰੋਡਕਟ ਦੇ ਉੱਤੇ, ਤਾਂ ਹੀ pH ਦਾ ਜਿਹੜਾ ਸਕੇਲ ਹੈ ਉਹ ਕਿੱਥੇ ਤੱਕ ਹੁੰਦਾ 14 ਤੱਕ ਹੁੰਦਾ। ਕਿੱਥੋਂ ਤੋਂ ਹੁੰਦਾ 0 ਤੋਂ ਲੈ ਕੇ 14 ਤੱਕ। ਠੀਕ ਹੈ ਬੇਟਾ ਜੀ, ਤਾਂ ਹੀ ਉਹ 0 ਤੋਂ ਲੈ ਕੇ 14 ਤੱਕ ਹੁੰਦਾ ਇਹਦੇ ਕਰਕੇ। ਹੁਣ ਮੈਂ ਤੁਹਾਨੂੰ ਕਹਿ ਰਿਹਾ ਵੀ ਕੋਈ ਮੇਰੇ ਕੋਲ ਸੋਲੂਸ਼ਨ ਹੈ ਜਿਹਦੇ ਵਿੱਚ 10 raised to the power -2 mole of H positive ions ਨੇ, ਤੇ ਮੇਰੇ ਕੋਲ ਇੱਕ ਹੋਰ ਸੋਲੂਸ਼ਨ ਆ ਜਿਹਦੇ ਵਿੱਚ 10 raised to the power -6 mole of H positive ions ਨੇ। ਮੈਨੂੰ ਇਹ ਦੱਸੋ ਇਹਨਾਂ ਦੋਨਾਂ ਚੋਂ ਕਿਹਦੇ ਵਿੱਚ ਜ਼ਿਆਦਾ H ਪੋਜ਼ਿਟਿਵ ਆਇਨਸ ਨੇ? 10 raised to the power 2 ਚ ਜ਼ਿਆਦਾ H ਪੋਜ਼ਿਟਿਵ ਆਇਨ ਨੇ ਜਾਂ 10 raised to the power 6 ਚ ਜ਼ਿਆਦਾ H ਪੋਜ਼ਿਟਿਵ ਆਇਨ ਨੇ? ਸੋਚੋ, ਤੁਹਾਡਾ ਦਿਮਾਗ ਕਹੂਗਾ 10 raised to the power -6 ਚ ਜ਼ਿਆਦਾ ਨੇ ਜੀ, ਕਿਉਂਕਿ 6 2 ਤੋਂ ਵੱਡਾ ਹੁੰਦਾ। ਬਟ ਧਿਆਨ ਰੱਖੋ ਮਾਈਨਸ ਚ ਹੈ, ਇਹਦਾ ਮਤਲਬ ਕੀ ਹੋ ਗਿਆ, ਇਹਦੇ ਵਿੱਚ H ਪੋਜ਼ਿਟਿਵ ਆਇਨ ਕੀ ਨੇ, ਜ਼ਿਆਦਾ ਨੇ, ਗ੍ਰੇਟਰ ਨੇ। ਕਿਵੇਂ ਗ੍ਰੇਟਰ ਨੇ ਦੇਖੋ, 10 ਦੀ ਪਾਵਰ -2 ਗੁਣਾ 1 ਮੋਲ ਚ ਕਿੰਨੇ ਹੁੰਦੇ ਨੇ 6.23 ਗੁਣਾ 10 ਦੀ ਪਾਵਰ 23। ਇਹਦੇ ਵਿੱਚ ਤਾਂ ਆ ਗਿਆ ਬੇਟਾ 6.23 ਗੁਣਾ 10 ਦੀ ਪਾਵਰ 22 H ਪੋਜ਼ਿਟਿਵ ਆਇਨਸ। ਉਹਦੇ ਚ ਕਿੰਨੇ ਆਏ ਨੇ 6 ਗੁਣਾ 2 3 ਗੁਣਾ 10 ਦੀ ਪਾਵਰ 23 into 10 ਪਾਵਰ -6। ਇਹ ਚ ਕਿੰਨੇ ਆਏ ਨੇ, ਇਹ ਚ 17 ਰਹਿ ਗਏ, ਇਹ ਚ ਰਹਿ ਗਏ 6.23 into 10 ਪਾਵਰ 17 H ਪੋਜ਼ਿਟਿਵ। ਹੁਣ ਦੱਸੋ ਕੀ ਚ ਜ਼ਿਆਦਾ ਹੈ? ਆਬਵੀਅਸਲੀ ਇਹ ਚ ਜ਼ਿਆਦਾ ਹੈ। ਸਮਝ ਆ ਰਹੀ ਹੈ ਨਾ ਗੱਲ? 10 raised to the power -2 is greater than 10 raised to the power -6। ਸਿੱਧਾ ਹੀ ਪਤਾ ਲੱਗਦਾ ਆਪਾਂ ਨੂੰ 10 raised to the power -2 ਦਾ ਮਤਲਬ ਹੈ 1/100, 10 raised to the power -6 ਦਾ ਮਤਲਬ ਹੈ 1/1 2 3 4 5 6। ਇਹਦਾ ਤਾਂ ਆਨਸਰ ਆਊਗਾ 0.01, ਇਹਦਾ ਆਨਸਰ ਆਊ 0.000001। ਹੁਣ ਕਿਹੜਾ ਵੱਡਾ ਕਿਹੜਾ ਛੋਟਾ ਗਾ ਸਿੱਧਾ ਹੀ ਪਤਾ ਲੱਗਦਾ ਆਪਾਂ ਨੂੰ। ਇਹਦਾ ਮਤਲਬ ਕੀ ਹੋ ਗਿਆ ਬੇਟਾ, pH ਸਕੇਲ ਕੀ ਸੀ? pH ਸਕੇਲ ਆਪਾਂ ਨੂੰ ਕਿਸੇ ਸੋਲੂਸ਼ਨ ਦੇ ਵਿੱਚ H ਪੋਜ਼ਿਟਿਵ ਆਇਨ ਦੀ ਕਿੰਨੀ ਕੰਸੈਂਟ੍ਰੇਸ਼ਨ ਆ ਉਸ ਬਾਰੇ ਦੱਸਦਾ ਸੀ ਤੇ ਦੱਸਦਾ ਹੈ। ਕਿਉਂਕਿ ਇੱਕ ਨਿਊਟਰਲ ਸੋਲੂਸ਼ਨ ਕਿੱਥੇ ਤੱਕ ਹੁੰਦਾਗਾ 10 raised to the power -14 ਤੱਕ ਹੁੰਦਾਗਾ। 10 raised to the power -14 ਤੱਕ ਉਹਦੇ ਵਿੱਚ ਆਇਨਸ ਹੁੰਦੇ ਨੇ, ਉਹਦਾ ਆਇਨਿਕ ਪ੍ਰੋਡਕਟ ਹੁੰਦਾ। ਤਾਂ ਕਰਕੇ ਜਿਹੜਾ pH ਸਕੇਲ ਸੀ ਉਹਦੀ ਰੀਡਿੰਗ 0 ਤੋਂ ਲੈ ਕੇ 14 ਤੱਕ ਸੀਗੀ। ਹੁਣ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਹੋਰ ਦਿੰਦਾ। ਜੇ ਮੈਂ ਕਹਾਂ ਕਿਸੇ ਸੋਲੂਸ਼ਨ ਦੇ ਵਿੱਚ ten raised to the power 0 mole of H positive ion ਨੇ, ਤੇ ਕਿਸੇ ਸੋਲੂਸ਼ਨ ਦੇ ਵਿੱਚ ਨੇ 10 to the power -1 mole of H positive ion। ਇਹਨਾਂ ਤੋਂ ਕਿਹੜਾ ਜ਼ਿਆਦਾ ਐਸਿਡਿਕ ਹੈ? ਇਹਨਾਂ ਤੋਂ ਇਹ ਜ਼ਿਆਦਾ ਐਸਿਡਿਕ ਹੈ। 10 to the power 0 ਦਾ ਮਤਲਬ 1 into 6.23 into 10 to the power 23, मतलब ਇਹ ਤਾਂ ਇੰਨੇ H positive हो गए। एज कितने हो गए? हो गए 6.23 into 10 to the power 22 H positive। ਹੁਣ H positive ਕੀ ਚ ਜ਼ਿਆਦਾ ਨੇ? H positive ਇਸ ਚ ਜ਼ਿਆਦਾ ਨੇ, ਤਾਂ ਇਹ ਜ਼ਿਆਦਾ ਐਸਿਡਿਕ ਹੋ ਗਿਆ।
ਹੁਣ ਪਤਾ ਲੱਗਿਆ ਜ਼ੀਰੋ ਆ ਜਿਹੜੀ ਜ਼ੀਰੋ ਦੀ ਰੀਡਿੰਗ ਆ ਉਹਦੇ ਨੂੰ ਆਪਾਂ ਸਭ ਤੋਂ ਜ਼ਿਆਦਾ ਐਸਿਡਿਕ ਕਿਉਂ ਕਿਹਾ ਕਿਉਂਕਿ ਉਹ ਚ ਸਾਰੇ ਦੇ ਸਾਰੇ ਮੋਲੀਕਿਊਲ ਹੀ ਇੱਕ ਮੋਲ ਦੇ ਵਿੱਚ ਕੀ ਨੇਗੇ ਸਾਰੀ H ਪੋਜ਼ਿਟਿਵ ਨੇ ਜਿਹਦੇ ਸਾਰੇ ਹੀ H ਪੋਜ਼ਿਟਿਵ ਹੋਣ ਇੱਕ ਮੋਲ ਦੇ ਵਿੱਚ ਉਹਨੂੰ ਆਪਾਂ ਕੀ ਕਹਾਂਗੇ ਐਸਿਡਿਕ ਉਹ ਜ਼ਿਆਦਾ ਐਸਿਡਿਕ ਆ ਸਭ ਤੋਂ ਠੀਕ ਹੈ ਬੇਟਾ ਨੈਕਸਟ ਆ ਜਾਓ ਹੁਣ ਜੇ ਮੈਂ ਤੁਹਾਨੂੰ ਕਹਾਂ ਵੀ ਕੋਈ ਮੇਰੇ ਕੋਲ ਸੋਲੂਸ਼ਨ ਆ ਜਿਹਦੇ ਵਿੱਚ H ਪੋਜ਼ਿਟਿਵ ਆਇਨ ਦੀ ਕਨਸੈਂਟ੍ਰੇਸ਼ਨ ਆ ਜਿਹੜੀ ਉਹ ਕਿੰਨੀ ਹੈ 10 raised to the power 4 minus 4 actually mole per liter calculate OH negative ion concentration ਇਹ ਕਿੱਥੋਂ ਕੱਢੋਗੇ ਇਹ ਆਪਾਂ ਨੂੰ ਪਤਾ ਕੋਈ ਵੀ ਸੋਲੂਸ਼ਨ ਹੋਵੇ ਜਿਹੜਾ ਨਿਊਟਰਲ ਹੁੰਦਾ ਉਹਦਾ ਆਇਨਿਕ ਪ੍ਰੋਡਕਟ ਕੀ ਹੁੰਦਾ 10⁻⁻14 ਹੁੰਦਾ ਤਾਂ ਇੱਥੋਂ ਆਪਾਂ ਕੱਢ ਲਾਂਗੇ H ਪੋਜ਼ਿਟਿਵ ਆਇਨ ਕਨਸੈਂਟ੍ਰੇਸ਼ਨ ਇਨਟੂ OH ਨੈਗੇਟਿਵ ਆਇਨ ਕਨਸੈਂਟ੍ਰੇਸ਼ਨ = 10⁻14 H ਪੋਜ਼ਿਟਿਵ ਮੈਨੂੰ ਪਤਾ 10⁻4 ਹੈ ਇਨਟੂ OH ਨੈਗੇਟਿਵ ਮੈਨੂੰ ਪਤਾ ਨਹੀਂ 10⁻14 ਤਾਂ H ਪੋਜ਼ਿਟਿਵ ਜੇ ਉਹ -4 ਆ ਤਾਂ OH ਨੈਗੇਟਿਵ ਕਿੰਨੀ ਹੋਊਗੀ -10 ਹੁਣ ਇਹਦਾ pH ਕੀ ਆਊਗਾ -4 -4 ਕਿਉਂ ਆਊਗਾ ਕਿਉਂਕਿ ਇਹਦੇ ਵਿੱਚ H ਪੋਜ਼ਿਟਿਵ ਆਇਨ -4 ਦੀ ਰੇਂਜ ਨੇ ਇਹਦਾ pH ਆਊਗਾ 4 ਠੀਕ ਹੈ ਜੇ ਇਹਦਾ pH 4 ਆ ਇਹਦਾ ਮਤਲਬ ਕੀ ਹੋ ਗਿਆ ਇਸ ਦੇ ਵਿੱਚ H ਪੋਜ਼ਿਟਿਵ ਆਇਨ ਕਿੰਨੇ ਨੇ 10⁻⁻4 ਮੋਲ ਪਰ ਲੀਟਰ ਨੇ ਠੀਕ ਹੈ OH ਨੈਗੇਟਿਵ ਫਿਰ ਕਿੰਨੇ ਹੋਣਗੇ 10⁻−10 ਹੋਣਗੇ ਕਿਉਂਕਿ ਦੋਨਾਂ ਦਾ ਪ੍ਰੋਡਕਟ ਤਾਂ -14 ਹੋਣਾ ਚਾਹੀਦਾ ਨਾ ਦੋਨਾਂ ਦਾ ਪ੍ਰੋਡਕਟ ਕੀ ਹੋਣਾ ਚਾਹੀਦਾ -14 ਹੋਣਾ ਚਾਹੀਦਾ ਹੁਣ ਦੇਖੋ ਹੁਣ ਆਪਾਂ ਇੱਕ ਚੀਜ਼ ਹੋਰ ਕਰਦੇ ਹਾਂ ਮੰਨ ਲਓ ਮੈਨੂੰ ਉਹਨੇ ਕਹਿਤਾ ਕੋਈ ਸੋਲੂਸ਼ਨ ਹੈ ਜਿਸ ਦੇ ਵਿੱਚ OH ਨੈਗੇਟਿਵ ਆਇਨ ਨੇ ਜਿਹੜੇ ਉਹਨਾਂ ਦੀ ਕਨਸੈਂਟ੍ਰੇਸ਼ਨ 10⁻³ -3 ਹੈ ਠੀਕ ਹੈ ਉਹਨਾਂ ਦੀ 10⁻³ ਹੈ ਉਹ ਕਹਿੰਦਾ ਇਸ ਸੋਲੂਸ਼ਨ 'ਚ H ਪੋਜ਼ਿਟਿਵ ਆਇਨ ਦੀ ਕਨਸੈਂਟ੍ਰੇਸ਼ਨ ਦੱਸੋ ਕਿੰਨੀ ਹੋਊਗੀ ਕਿਵੇਂ ਕੱਢੋਗੇ ਦੋਨਾਂ ਨੂੰ ਪ੍ਰੋਡਕਟ ਕਰ ਦੋਗੇ H ਪੋਜ਼ਿਟਿਵ ਇਨਟੂ OH ਨੈਗੇਟਿਵ = 10⁻14 ਤਾਂ H ਪੋਜ਼ਿਟਿਵ ਦੀ ਮੈਂ ਕੱਢਣੀ ਹੈ ਇਹਦੀ ਮੈਨੂੰ ਪਤਾ -3 -14 ਤਾਂ ਇੱਥੋਂ ਬੇਟਾ H ਪੋਜ਼ਿਟਿਵ ਜਿਹੜਾ ਆ ਜੂ ਕਨਸੈਂਟ੍ਰੇਸ਼ਨ ਆਫ H ਪੋਜ਼ਿਟਿਵ ਕਮਸ ਟੂ 10⁻11 -11 ਜਿੰਨੀ H ਪੋਜ਼ਿਟਿਵ ਆਇਨ ਕਨਸੈਂਟ੍ਰੇਸ਼ਨ ਆਊ ਉਹੀ ਉਹਦਾ pH ਹੋਊਗਾ ਤਾਂ ਇਹਦਾ pH ਕੀ ਹੋਊਗਾ 11 ਹੋਊਗਾ ਮਾਈਨਸ ਵਾਲਾ ਸਾਈਨ ਕੱਟ ਦੇਣਾ ਆਪਾਂ 10 ਦੀ ਜਿਹੜੀ ਪਾਵਰ ਉਹਦੇ ਉੱਪਰ ਪਈ ਹੋ H ਪੋਜ਼ਿਟਿਵ ਦੀ 10 ਦੀ ਪਾਵਰ ਜਿਹੜੀ ਵੀ ਪਈ ਹੋਊਗੀ H ਪੋਜ਼ਿਟਿਵ ਦੀ ਉਹਦਾ pH ਹੋਊਗਾ ਬਟ ਮਾਈਨਸ ਮੂਹਰੋਂ ਕੱਟ ਦੇਣਾ ਆਪਾਂ ਪੋਜ਼ਿਟਿਵ ਪਾਵਰ ਲੈਣੀ ਆ 10 ਦੀ H ਪੋਜ਼ਿਟਿਵ ਆਇਨ ਦੀ ਕਨਸੈਂਟ੍ਰੇਸ਼ਨ ਦੀ ਤਾਂ ਇਹਦਾ pH 11 ਆ ਗਿਆ ਇਹਦਾ pH 11 ਆ ਗਿਆ ਇਹਦਾ ਮਤਲਬ ਕੀ ਹੋ ਗਿਆ ਇਹ ਬੇਸਿਕ ਹੈ ਦਿਸ ਇਜ਼ ਅ ਬੇਸ ਉਹ ਵੀ ਆਪਾਂ ਨੂੰ ਪਤਾ ਲੱਗ ਰਿਹਾ ਕੀ ਪਤਾ ਲੱਗ ਰਿਹਾ ਇਹ ਚ OH ਨੈਗੇਟਿਵ ਤਾਂ 10 ਦੀ ਪਾਵਰ 3 ਨੇ -3 ਨੇ H ਪੋਜ਼ਿਟਿਵ ਕਿੰਨੇ ਨੇ 10⁻11 ਇਹ OH ਨੈਗੇਟਿਵ ਹੈ ਇਹ H ਪੋਜ਼ਿਟਿਵ ਹੈ ਕਿਹਦੀ ਕਨਸੈਂਟ੍ਰੇਸ਼ਨ ਜ਼ਿਆਦਾ ਆਬਵੀਅਸਲੀ OH ਨੈਗੇਟਿਵ ਦੀ ਜ਼ਿਆਦਾ 10 ਦੀ ਪਾਵਰ -3 ਵੱਡਾ ਹੋਊਗਾ ਨਾ 10 ਦੀ ਪਾਵਰ -11 ਤੋਂ ਤਾਂ ਇਹਦਾ ਮਤਲਬ ਇਹ ਬੇਸ ਬਣ ਗਿਆ ਤੇ ਬੇਸ ਹੈ ਤੇ ਇਹਦਾ pH ਕਿੰਨਾ 11 ਇਟ ਇਜ਼ pH ਤਾਂ pH ਦੀ ਕੀ ਡੈਫੀਨੇਸ਼ਨ ਬਣੀ ਉਹ ਆਪਾਂ ਨੂੰ pH ਦੀ ਬੇਟਾ ਆਪਾਂ ਨੂੰ ਜਿਹੜੀ ਡੈਫੀਨੇਸ਼ਨ ਬਣੀ ਉਹ ਇਹ ਬਣੀ ਵੀ pH ਇੱਕ ਇਸ ਤਰ੍ਹਾਂ ਦਾ ਸਿਸਟਮ ਹੈ ਜਿਸ ਦੇ ਵਿੱਚ ਆਪਾਂ H ਪੋਜ਼ਿਟਿਵ ਆਇਨ ਦੀ ਕਨਸੈਂਟ੍ਰੇਸ਼ਨ ਦੇਖਣੀ ਆ ਨੰਬਰ 1 ਨੰਬਰ 2 ਜਿਹੜਾ pH ਸਕੇਲ ਹੋਊਗਾ ਉਹਦੇ ਉੱਤੇ ਜਿਹੜਾ ਨੰਬਰ ਲਿਖਿਆ ਹੋਊਗਾ ਉਹ ਐਕਚੁਅਲ ਦੇ ਵਿੱਚ ਉਹਦੀ 10 ਰੇਜ਼ ਟੂ ਦੀ ਕੋਈ ਪਾਵਰ ਹੋਊਗੀ H ਪੋਜ਼ਿਟਿਵ ਆਇਨ ਕਨਸੈਂਟ੍ਰੇਸ਼ਨ ਦੀ ਬਟ ਉਹਦੇ ਵਿੱਚੋਂ ਮਾਈਨਸ ਕੱਟਿਆ ਗਿਆ ਹੋਊਗਾ ਉਹ ਤਾਂ ਡੈਫੀਨੇਸ਼ਨ ਲਿਖੋ pH ਦੀ pH ਦੀ ਡੈਫੀਨੇਸ਼ਨ ਆ ਬੇਟਾ pH of a solution is the magnitude
magnitude of the negative power to which 10 must be raised to express H positive ion concentration of the solution mole per liter ठीक है जी। मैग्नीट्यूड मतलब साइन नहीं लेना, कला मैग्नीट्यूड लेना, प्लस कर देना, माइनस नहीं लेना। ਤਾਂ ਕਹਿੰਦਾ ਜਿਹੜਾ 10 ਦੀ ਪਾਵਰ ਆਈ ਆ ਜਿੰਨੀ ਵੀ H ਪੋਜ਼ਿਟਿਵ ਆਇਨ ਕਨਸੈਂਟ੍ਰੇਸ਼ਨ ਦੀ ਉਹਦਾ pH ਹੋਊਗਾ, ਬਸ ਉਹਦਾ ਮਾਈਨਸ ਹਟਾ ਲਓ ਤਾਂ ਇਹਦਾ pH 11 ਹੋ ਗਿਆ। ਹੁਣ ਮੰਨ ਲਓ ਕੋਈ ਸੋਲੂਸ਼ਨ ਆ ਉਹਦੇ ਚ H ਪੋਜ਼ਿਟਿਵ ਆਇਨ ਕਨਸੈਂਟ੍ਰੇਸ਼ਨ ਮੇਰੇ ਕੋਲ ਹੈਗੀ ਆ ਬੇਟਾ 6 10 6 ਤਾਂ ਇਹਦਾ pH ਕੀ ਹੋਊਗਾ, ਇਹਦਾ pH ਹੋਊਗਾ 6। ठीक है। मान लो कोई मेरे को सॉल्यूशन है जिदी OH नेगेटिव आयन कंसंट्रेशन मेरे को रह गया 10 पावर माइनस 4 ला लो चलो, ਤਾਂ ਕੀ ਇਹਦਾ pH 4 ਹੋਊਗਾ? नहीं, ਇਹਦਾ pH 4 नहीं होना क्योंकि मैं सिर्फ ਤੇ सिर्फ H पॉजिटिव आयन ਦੀ ਕੰਸੈਂਟ੍ਰੇਸ਼ਨ ਦੇਖਣੀ ਆ। ਫਿਰ ਪਹਿਲਾਂ ਮੈਨੂੰ ਇਹਦੀ H ਪੋਜ਼ਿਟਿਵ ਆਇਨ ਦੀ ਕੰਸੈਂਟ੍ਰੇਸ਼ਨ ਕੱਢਣੀ ਪਊਗੀ। ਜਦੋਂ ਮੈਂ ਇਹਦੀ H ਪੋਜ਼ਿਟਿਵ ਆਇਨ ਕੰਸੈਂਟ੍ਰੇਸ਼ਨ ਕੱਢੂਗਾ ਹੋਊਗੀ 10 ਪਾਵਰ ਮਾਈਨਸ 10, ਤਾਂ ਜਿਹੜਾ ਇਹਦਾ pH ਹੋਊਗਾ ਉਹ ਹੋਊਗਾ 10 pH ਦਾ ਮਤਲਬ ਇਟ ਇਜ਼ ਬੇਸਿਕ, obviously it is basic because OH ਦੀ ਕੰਸੈਂਟ੍ਰੇਸ਼ਨ H ਪੋਜ਼ਿਟਿਵ ਤੋਂ ਜ਼ਿਆਦਾ, ਤਾਂ ਕਰਕੇ ਬੇਸਿਕ ਹੋਊਗਾ। ਪਤਾ ਲੱਗ ਗਿਆ ਐਸਿਡ ਬੇਸ pH ਤੋਂ ਕਿਵੇਂ ਦੇਖਣਾਗਾ। ਅੱਜ ਤੁਸੀਂ ਇਹ ਚੀਜ਼ ਦੇਖੋ ਵੀ ਸਿਰਫ ਤੇ ਸਿਰਫ ਆਇਨਿਕ ਪ੍ਰੋਡਕਟ ਨਾਲ ਹੀ ਤੁਸੀਂ pH ਕੈਲਕੂਲੇਟ ਕਰ ਸਕਦੇ ਹੋ। ਠੀਕ ਹੈ, H ਪੋਜ਼ਿਟਿਵ ਆਇਨ ਕਨਸੈਂਟ੍ਰੇਸ਼ਨ ਕੱਢ ਸਕਦੇ ਹੋ। ਠੀਕ ਹੈ, ਡੈਫੀਨੇਸ਼ਨ ਮੈਂ ਤੁਹਾਨੂੰ ਲਿਖਾਤੀ ਆ, ਉਹਨੂੰ ਚੰਗੀ ਤਰ੍ਹਾਂ ਯਾਦ ਕਰੋ ਕਿਉਂਕਿ ਅੱਗੇ ਜੇ ਤੁਸੀਂ ਨਾਨ ਮੈਡੀਕਲ ਲੈਣ ਦੀ ਸੋਚ ਰਹੇ ਹੋ ਤਾਂ ਕੈਮਿਸਟਰੀ 'ਚ ਸਭ ਤੋਂ ਜ਼ਿਆਦਾ ਕਨਫਿਊਜ਼ਿੰਗ ਕਨਸੈਪਟ ਇਹ ਹੋਊਗਾ, ਸਭ ਤੋਂ ਜ਼ਿਆਦਾ ਕਨਫਿਊਜ਼ ਤੁਸੀਂ ਇੱਥੇ ਹੀ ਹੋਵੋਗੇ। ਚੈਪਟਰ ਆਊਗਾ ਤੁਹਾਨੂੰ ਇਕੁਇਲਿਬ੍ਰੀਅਮ ਐਂਡ ਰਿਐਕਸ਼ਨ, ਕੈਮੀਕਲ ਰਿਐਕਸ਼ਨ, ਰੇਟ ਆਫ ਕੈਮੀਕਲ ਰਿਐਕਸ਼ਨ, +2 ਦਾ ਚੈਪਟਰ ਆ, ਬਹੁਤ ਇੰਪੋਰਟੈਂਟ ਚੈਪਟਰ ਆ ਕੈਮੀਕਲ ਰਿਐਕਸ਼ਨ ਕਾਇਨੈਮੈਟਿਕਸ। ਉਹਦੇ ਵਿੱਚ ਸਾਰਾ ਹੀ ਇਹਦੇ ਉੱਤੇ ਖੜਾ, ਸਾਰੀਆਂ ਆਹੀ ਚੀਜ਼ਾਂ ਬਾਰ-ਬਾਰ ਆਈ ਜਾਂਦੀਆਂ। ਜਿਹਨੂੰ ਇਹ ਹੁਣ ਸਮਝ ਆ ਗਿਆ ਨਾ ਉਹ ਨਾਨ ਮੈਡੀਕਲ ਲੈ ਲਓ, ਜਿਹਨੂੰ ਇਹ ਸਮਝ ਨਹੀਂ ਆ ਰਿਹਾ ਉਹ ਭੁੱਲ ਜਾਓ। ਇਹ ਤਾਂ ਬਹੁਤ ਵੱਡੇ ਕਨਸੈਪਟ ਪਏ ਨੇ, ਨਾਨ ਮੈਡੀਕਲ ਭੁੱਲ ਹੀ ਜਾਓ ਵੀ ਤੁਸੀਂ ਲੈ ਨਹੀਂ ਸਕਦੇ ਬਸ। ਠੀਕ ਹੈ, ਆਪਦੇ ਆਪ ਨੂੰ ਤਿਆਰ ਕਰੋ ਵੀ ਤੁਹਾਨੂੰ ਇਹ ਚੀਜ਼ ਸਮਝ ਆ ਜਾਏ, ਤੁਹਾਨੂੰ ਪਤਾ ਲੱਗ ਜਾਏ ਮਾਈਨਸ ਪਲੱਸ ਦਾ ਕੀ ਫਰਕ ਹੁੰਦਾ ਗਾ, ਤੁਹਾਨੂੰ ਪਤਾ ਲੱਗ ਜਾਏ H ਪੋਜ਼ਿਟਿਵ ਆਇਨ ਕਨਸੈਂਟ੍ਰੇਸ਼ਨ ਜੇ ਇੰਨੀ ਆ ਤਾਂ ਉਹਦੀ OH ਨੈਗੇਟਿਵ ਆਇਨ ਕਨਸੈਂਟ੍ਰੇਸ਼ਨ ਕਿੰਨੀ ਹੋਊਗੀ ਤੇ pH ਕੀ ਹੁੰਦਾ। ਠੀਕ ਹੈ ਬੇਟਾ, ਤਾਂ ਇਹ ਸਾਰਾ ਅੱਜ ਦੇ ਲਈ ਹੈ pH ਦੀ ਡੈਫੀਨੇਸ਼ਨ ਤੇ pH ਦੇ ਨੂਮੈਰੀਕਲ ਆਪਾਂ ਕੱਲ ਨੂੰ ਕਰਾਂਗੇ। ਡੈਫੀਨੇਸ਼ਨ ਮੈਂ ਤੁਹਾਨੂੰ ਲਿਖਾਤੀ, ਉਹਨਾਂ ਟਾਈਮ ਇਹ ਚੀਜ਼ ਪ੍ਰੈਕਟਿਸ ਕਰੋ, ਇਹ ਚੀਜ਼ ਨੂੰ ਆਪਣੇ ਦਿਮਾਗ ਦੇ ਵਿੱਚ ਐਬਜ਼ੌਰਬ ਕਰੋ। ਠੀਕ ਹੈ ਜੀ, ਅੱਜ ਦੇ ਲਈ ਇੰਨਾ ਹੀ। ਥੈਂਕ ਯੂ ਵੈਰੀ ਮਚ।